ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ 5 ਆਪਰੇਟਿੰਗ ਸਿਸਟਮ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। तो यह पाठ शुरू करने तो पहले तुहानूं दसना चाहांगा कि ऑपरेटिंग सिस्टम जिहड़ा है एक सिस्टम सॉफ्टवेयर है। तो ऑपरेटिंग सिस्टम साडे विच अते हार्डवेयर दे विचकार एक इंटरफेस का काम करता है। मीनस कि जेकर साडे कोल ऑपरेटिंग सिस्टम ना होवे जिवें कि विंडो 7 विंडो 8 विंडो 10 जां मोबाइल एंड्रॉयड ऑपरेटिंग सिस्टम ना होवे तां साडी डिवाइस जिहड़ी ओह काम नहीं करेगी। तो सब तो पहला गल करते हैं छोटे उत्तरां वाले प्रश्न। तो पहला प्रश्न है ऑपरेटिंग सिस्टम की है। ऑपरेटिंग सिस्टम एक सिस्टम सॉफ्टवेयर है, तुहानूं पहले भी दस्सिआ। ਇਹ यूजर ਅਤੇ हार्डवेयर विचकार एक माध्यम का काम करता है। मीनस कि साडे विच ਅਤੇ हार्डवेयर ਦੇ ਵਿਚਕਾਰ एक मीडियम का काम करता है, एक इंटरफेस का काम करता है। हार्डवेयर ਹੁੰਦੇ ਆ कंप्यूटर ਦੇ ਭੌਤਿਕ ਭਾਗ ਜਿਵੇਂ कि कीबोर्ड माउस मॉनिटर प्रिंटर आदि। इस तो बिना कंप्यूटर कोई भी काम नहीं कर सकता। उदाहरण वजों जिद्दां MS DOS ਇਹ ਸਭ ਤੋਂ ਪੁਰਾਣਾ ਆਪਰੇਟਿੰਗ ਸਿਸਟਮ ਹੈ। ਇਸ ਤੋਂ ਇਲਾਵਾ MS Windows ਜਿਵੇਂ कि Windows 7 Windows 8 Windows 10 ਇਸ ਤੋਂ ਇਲਾਵਾ Unix Linux अलग-अलग ऑपरेटिंग सिस्टम ने ਜਿਹੜੇ ਕੰਪਿਊਟਰ 'ਚ ਵਰਤੇ ਜਾਂਦੇ ਨੇ। ਇਸ ਤੋਂ ਇਲਾਵਾ ਮੋਬਾਈਲ 'ਚ ਕਿਹੜਾ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ? ਐਂਡਰੋਇਡ। ਜਸ ਕਿ ਐਂਡਰੋਇਡ ਆਪਰੇਟਿੰਗ ਸਿਸਟਮ ਜਿਹੜਾ ਹੈ ਉਹ ਮੋਬਾਈਲ 'ਚ ਵਰਤਿਆ ਜਾਂਦਾ ਹੈ। ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਕਿਸੇ ਵੀ ਡਿਵਾਈਸ ਦਾ ਇੱਕ ਜ਼ਰੂਰੀ ਭਾਗ ਹੈ ਜਿਸ ਤੋਂ ਬਿਨਾਂ ਸਾਡਾ ਕੰਪਿਊਟਰ ਜਾਂ ਮੋਬਾਈਲ ਕੰਮ ਨਹੀਂ ਕਰ ਸਕਦਾ। ਤੇ ਪ੍ਰਸ਼ਨ ਨੰਬਰ 2 ਹੈ ਆਪਰੇਟਿੰਗ ਸਿਸਟਮ ਦੀਆਂ ਕੁਝ ਕਿਸਮਾਂ ਦੇ ਨਾਮ ਲਿਖੋ। ਆਪਰੇਟਿੰਗ ਸਿਸਟਮ ਦੀਆਂ ਹੇਠ ਲਿਖੀਆਂ ਕਿਸਮਾਂ ਹਨ। ਨੰਬਰ 1 बैच ऑपरेटिंग सिस्टम। इसनूं बैच प्रोसैसिंग सिस्टम भी कहा जाता है। यह सब तो पुराना ऑपरेटिंग सिस्टम है। एक ऑफलाइन ऑपरेटिंग सिस्टम है। ਇਹਦੇ ਵਿੱਚ ਕੀ ਹੁੰਦਾ ਸੀ ਜਿਹੜਾ ਯੂਜ਼ਰ ਹੈ ਉਹ ਸਿੱਧਾ ਕੰਪਿਊਟਰ ਨਾਲ ਨਹੀਂ ਸੀ ਜੁੜਿਆ ਹੁੰਦਾ। ਉਹ ਆਪਣੀ ਪ੍ਰੋਬਲਮ ਨੂੰ ਆਫਲਾਈਨ ਪ੍ਰਿਪੇਅਰ ਕਰਦਾ ਸੀ। ਉਸ ਤੋਂ ਬਾਅਦ ਕੰਪਿਊਟਰ ਸੈਂਟਰ ਵਿੱਚ ਜਾ ਕੇ ਕੰਪਿਊਟਰ ਆਪਰੇਟਰ ਨੂੰ ਜਮ੍ਹਾਂ ਕਰਾਉਂਦਾ ਸੀ ਤੇ ਕੰਪਿਊਟਰ ਆਪਰੇਟਰ ਉਹ ਸਾਰੀ ਸਮੱਸਿਆਵਾਂ ਦਾ ਇੱਕ ਗਰੁੱਪ ਬਣਾ ਲੈਂਦਾ ਸੀ, ਬੈਚ ਬਣਾ ਲੈਂਦਾ ਸੀ ਤੇ ਬਾਅਦ ਚੋਂ ਉਹਨੂੰ ਇੱਕ ਇੱਕ ਕਰਕੇ ਆਊਟਪੁੱਟ ਜਿਹੜੀ ਸੀ ਉਹ ਕੰਸਰਨਡ ਯੂਜ਼ਰ ਨੂੰ ਵਾਪਿਸ ਕਰ ਦਿੰਦਾ ਸੀ। नंबर 2 है मल्टी प्रोग्रामिंग। ਜਿਹੜਾ मल्टी प्रोग्रामिंग ऑपरेटिंग सिस्टम है ਇਹ ਦੋ ਸ਼ਬਦਾਂ ਤੋਂ ਬਣਿਆ मल्टी ਅਤੇ प्रोग्रामिंग। मल्टी ਦਾ ਮਤਲਬ ਇੱਕ ਤੋਂ ਜ਼ਿਆਦਾ ਤੇ प्रोग्रामिंग ਮਤਲਬ ਪ੍ਰੋਗਰਾਮ। ਕਿ ਜਦੋਂ ਸਾਡੇ ਸਿਸਟਮ ਦੇ ਅੰਦਰ ਇੱਕ ਤੋਂ ਵੱਧ ਪ੍ਰੋਗਰਾਮ ਇਕੱਠੇ ਐਂਟਰ ਕਰ ਲੈਣ ਤਾਂ ਉਹਨੂੰ ਬੋਲਦੇ ਆ मल्टी प्रोग्रामिंग। ਜਦ ਕਿ बैच प्रोसैसिंग सिस्टम ਦੇ ਵਿੱਚ ਇੱਕ ਸਮੇਂ ਤੇ ਇੱਕ ਹੀ ਪ੍ਰੋਗਰਾਮ ਆਉਂਦਾ ਸੀ। ਨੰਬਰ 3 टाइम शेयरिंग सिस्टम। टाइम शेयरिंग सिस्टम 'ਚ ਕੀ ਹੁੰਦਾ ਕਿ ਜਿੰਨੇ ਵੀ ਯੂਜ਼ਰ ਹੈਗੇ ਹੈ ਉਹ ਸਾਰੇ ਵੱਖ-ਵੱਖ ਟਰਮੀਨਲਾਂ ਤੇ ਬਹਿ ਕੇ ਕੰਪਿਊਟਰ ਨੂੰ ਯੂਜ਼ ਕਰ ਸਕਦੇ ਨੇ, ਆਪਰੇਟਿੰਗ ਸਿਸਟਮ ਨੂੰ ਯੂਜ਼ ਕਰ ਸਕਦੇ ਨੇ। ਉਹ ਟਰਮੀਨਲ ਉਹ ਕੰਪਿਊਟਰ ਹੁੰਦੇ ਨੇ ਜਿਹਨਾਂ ਕੋਲ ਆਪਣਾ CPU ਨਹੀਂ ਹੁੰਦਾ। ਇਹ 'ਚ ਇੱਕ ਹੀ CPU ਹੁੰਦਾ ਹੈ ਜਿਹਦੇ ਨਾਲ ਬਾਕੀ ਟਰਮੀਨਲ ਜੁੜੇ ਹੁੰਦੇ ਨੇ ਤੇ ਉਹਨਾਂ ਨੂੰ ਥੋੜਾ ਟਾਈਮ ਦੇ ਦਿੱਤਾ ਜਾਂਦਾ ਹੈ ਸਿਸਟਮ ਨੂੰ ਯੂਜ਼ ਕਰਨ ਲਈ। ਉਸ ਟਾਈਮ ਨੂੰ ਟਾਈਮ ਸਲਾਈਸ ਜਾਂ ਟਾਈਮ ਕੁਆਂਟਮ ਕਿਹਾ ਜਾਂਦਾ ਹੈ। ਨੰਬਰ 4 ਮਲਟੀ ਪ੍ਰੋਸੈਸਿੰਗ। ਜਿਹੜੇ ਆਪਰੇਟਿੰਗ ਸਿਸਟਮ ਦੇ ਵਿੱਚ ਇੱਕ ਤੋਂ ਵੱਧ CPU ਲੱਗੇ ਹੋਣ ਉਸ ਨੂੰ ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਨੰਬਰ 5 ਰੀਅਲ ਟਾਈਮ ਆਪਰੇਟਿੰਗ ਸਿਸਟਮ। ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਇਹ ਉਹ ਆਪਰੇਟਿੰਗ ਸਿਸਟਮ ਹੁੰਦੇ ਨੇ ਜਿਹਦੇ ਵਿੱਚ ਇਮੀਡੀਏਟ ਰਿਸਪੌਂਸ ਚਾਹੀਦਾ ਹੋਵੇ। ਜਿਵੇਂ ਤੁਸੀਂ ਵੀਡੀਓ ਗੇਮਸ ਖੇਡਦੇ ਹੋ ਜਾਂ ਆਰਮੀ ਨੇ ਕੋਈ ਸਿਸਟਮ ਬਣਾਇਆ ਹੈ ਇਮੀਡੀਏਟਲੀ ਕਿਤੇ ਅਟੈਕ ਕਰਨਾ ਹੈ ਬਿਨਾਂ ਕਿਸੇ ਸਮੇਂ ਦੀ ਵੇਟ ਕੀਤੇ, ਉਹਨੂੰ ਕਹਿੰਦੇ ਰੀਅਲ ਟਾਈਮ। ਤੇ ਨੰਬਰ 6 ਹੈ ਨੈਟਵਰਕ ਆਪਰੇਟਿੰਗ ਸਿਸਟਮ। ਤੇ ਨੈਟਵਰਕ ਆਪਰੇਟਿੰਗ ਸਿਸਟਮ ਉਦੋਂ ਜ਼ਰੂਰਤ ਪੈਂਦੀ ਹੈ ਜਦੋਂ ਆਪਾਂ ਕੰਪਿਊਟਰ ਦਾ ਨੈਟਵਰਕ ਬਣਾਉਂਦੇ ਹਾਂ। ਨੈਟਵਰਕ ਦਾ ਅਰਥ ਹੁੰਦਾ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ 'ਚ ਜੋੜਿਆ ਜਾਂਦਾ ਹੈ ਉਸ ਨੂੰ ਨੈਟਵਰਕ ਕਿਹਾ ਜਾਂਦਾ ਹੈ। ਤੇ ਨੈਟਵਰਕ ਬਣਾਉਣ ਲਈ ਨੈਟਵਰਕ ਆਪਰੇਟਿੰਗ ਸਿਸਟਮ ਦੀ ਵਰਤੋਂ ਹੁੰਦੀ ਹੈ। ਪ੍ਰਸ਼ਨ ਨੰਬਰ 3 ਹੈ ਆਪਰੇਟਿੰਗ ਸਿਸਟਮ ਦੇ ਮੁੱਖ ਫੰਕਸ਼ਨਾਂ ਦੀ ਇੱਕ ਲਿਸਟ ਤਿਆਰ ਕਰੋ। ਆਪਰੇਟਿੰਗ ਸਿਸਟਮ ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਪ੍ਰੋਗਰਾਮਾਂ ਨੂੰ ਲਾਗੂ ਕਰਨਾ ਕਿ ਜਿੰਨੇ ਵੀ ਪ੍ਰੋਗਰਾਮ ਆ ਕੰਪਿਊਟਰ 'ਚ ਉਹਨਾਂ ਨੂੰ ਚਲਾਉਣਾ। ਨੰਬਰ 3 ਇਨਪੁਟ ਆਊਟਪੁੱਟ ਆਪਰੇਸ਼ਨ ਕਿ ਤੁਸੀਂ ਕੰਪਿਊਟਰ ਨੂੰ ਇਨਪੁਟ ਦੇਣੀ ਹੈ ਜਾਂ ਉਹ ਤੋਂ ਆਊਟਪੁੱਟ ਲੈਣੀ ਹੈ, ਇਹ ਵੀ ਇੱਕ ਆਪਰੇਟਿੰਗ ਸਿਸਟਮ ਦਾ ਫੰਕਸ਼ਨ ਹੈ। ਨੰਬਰ 3 ਫਾਈਲ ਸਿਸਟਮ ਨਾਲ ਕੰਮ ਕਰਨਾ, ਕੰਪਿਊਟਰ 'ਚ ਫਾਈਲ ਨੂੰ ਬਣਾਉਣਾ, ਫਾਈਲ ਨੂੰ ਸੇਵ ਕਰਨਾ, ਫਾਈਲ ਨੂੰ ਕਾਪੀ ਕਰਨਾ, ਫਾਈਲ ਨੂੰ ਕੱਟ ਕਰਨਾ ਜਾਂ ਫਾਈਲ ਨੂੰ ਪ੍ਰਿੰਟ ਕਰਨਾ, ਇਹ ਫਾਈਲ ਸਿਸਟਮ ਨਾਲ ਸੰਬੰਧਿਤ ਹੈ। ਨੰਬਰ 4 ਸੰਚਾਰ ਕਰਨਾ, ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਭੇਜਣਾ। ਨੰਬਰ 5 ਗਲਤੀਆਂ ਲੱਭਣਾ, ਜੇ ਕੋਈ ਸਿਸਟਮ 'ਚ ਪ੍ਰੋਬਲਮ ਆ ਜਾਂਦੀ ਹੈ ਉਹਦੇ ਲਈ ਡਿਬਗਿੰਗ ਜਾਂ ਗਲਤੀਆਂ ਲੱਭੀਆਂ ਜਾਂਦੀਆਂ ਨੇ।
ਨੰਬਰ 6 ਰਿਸੋਰਸ ਐਲੋਕੇਸ਼ਨ। ਜਿੰਨੇ ਵੀ ਪ੍ਰੋਗਰਾਮ ਕੰਪਿਊਟਰ ਦੇ ਅੰਦਰ ਚੱਲਦੇ ਪਏ ਨੇ ਉਹਨਾਂ ਨੂੰ ਰਿਸੋਰਸਿਸ ਦੇਣਾ, ਮਤਲਬ ਜਿਹੜੇ ਪ੍ਰੋਗਰਾਮ ਨੂੰ CPU ਚਾਹੀਦਾ ਉਹਨੂੰ CPU ਦੇ ਦਿੱਤਾ ਜਾਏ, ਜਿਹਨੂੰ ਇਨਪੁਟ ਡਿਵਾਈਸ ਚਾਹੀਦਾ ਉਹਨੂੰ ਇਨਪੁਟ ਡਿਵਾਈਸ, ਜਿਹਨੂੰ ਸਟੋਰੇਜ ਉਹਨੂੰ ਸਟੋਰੇਜ, ਉਹਨੂੰ ਬੋਲਦੇ ਰਿਸੋਰਸ ਐਲੋਕੇਸ਼ਨ। ਨੰਬਰ 7 ਸੁਰੱਖਿਆ। ਸੁਰੱਖਿਆ ਮਤਲਬ ਕਿ ਡਾਟਾ ਨੂੰ ਸੁਰੱਖਿਅਤ ਕਰਨਾ, ਤੇ ਸੁਰੱਖਿਅਤ ਕਰਨ ਲਈ ਅਸੀਂ ਪਾਸਵਰਡ ਆਦਿ ਦੀ ਵਰਤੋਂ ਕਰ ਸਕਦੇ ਹਾਂ। ਨੰਬਰ 8 ਯੂਜ਼ਰ ਇੰਟਰਫੇਸ, ਕਿ ਆਪਰੇਟਿੰਗ ਸਿਸਟਮ ਦੇ ਕਿਹੜਾ ਇੰਟਰਫੇਸ ਯੂਜ਼ ਕਰ ਰਹੇ ਹਾਂ। ਜੇਕਰ ਸਿਰਫ ਕੀਬੋਰਡ ਆਪਾਂ ਯੂਜ਼ ਕਰ ਰਹੇ ਹਾਂ ਉਹਨੂੰ ਬੋਲਦੇ ਆ ਕਰੈਕਟਰ ਯੂਜ਼ਰ ਇੰਟਰਫੇਸ, ਜੇਕਰ ਅਸੀਂ ਮਾਊਸ ਨਾਲ ਕੰਮ ਕਰ ਰਹੇ ਹਾਂ ਤਾਂ ਉਸ ਨੂੰ ਕਹਿੰਦੇ ਆ ਗ੍ਰਾਫਿਕਲ ਯੂਜ਼ਰ ਇੰਟਰਫੇਸ। ਚੌਥਾ ਪ੍ਰਸ਼ਨ ਹੈ ਕੰਪਿਊਟਰ ਸੁਰੱਖਿਆ ਖਤਰੇ ਕੀ ਹੁੰਦੇ ਹਨ, ਉਹਨਾਂ ਦੇ ਨਾਂ ਲਿਖੋ। ਕੰਪਿਊਟਰ ਸੁਰੱਖਿਆ ਸੰਬੰਧੀ ਖਤਰੇ ਕਿਸੇ ਵੀ ਸੰਭਾਵੀ ਖਤਰਨਾਕ ਹਮਲੇ ਨੂੰ ਦਰਸਾਉਂਦੇ ਹਨ। ਇਹ ਖਤਰੇ ਸਾਡੇ ਕੰਪਿਊਟਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮੀਨਸ ਕਿ ਆਪਾਂ ਜੋ ਕੰਪਿਊਟਰ ਤੇ ਕੰਮ ਕਰਦੇ ਹਾਂ, ਆਨਲਾਈਨ ਕੰਮ ਕਰ ਰਹੇ ਹਾਂ, ਕਈ ਵਾਰੀ ਕੋਈ ਵਾਇਰਸ ਆ ਜਾਂਦਾ ਹੈ ਜਾਂ ਕੋਈ ਮਾਲਵੇਅਰ ਅਟੈਕ ਕਰ ਦਿੰਦਾ ਹੈ ਜਾਂ ਸਾਡੇ ਕੋਲ ਡਾਟਾ ਨੂੰ ਹੈਕ ਕਰ ਲੈਂਦਾ ਹੈ, ਉਹ ਕੀ ਹੁੰਦੇ ਨੇ ਕੰਪਿਊਟਰ ਸੁਰੱਖਿਆ ਖਤਰੇ। ਤੇ ਇਹਨਾਂ ਤੋਂ ਬਚਣ ਲਈ ਸਾਡੇ ਸਿਸਟਮ 'ਚ ਐਂਟੀਵਾਇਰਸ ਹੋਣਾ ਚਾਹੀਦਾ ਹੈ ਜਾਂ ਫਾਇਰਵੋਲ ਵਗੈਰਾ ਇਨੇਬਲ ਹੋਣੀ ਚਾਹੀਦੀ ਹੈ। ਕੰਪਿਊਟਰ ਸੁਰੱਖਿਆ ਸੰਬੰਧੀ ਖਤਰਿਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਮਾਲਵੇਅਰ। ਮਾਲਵੇਅਰ ਇੱਕ ਅਜਿਹਾ ਪ੍ਰੋਗਰਾਮ ਹੈ ਜਿਹੜਾ ਵਾਇਰਸ ਦੇ ਵਾਂਗ ਕੰਮ ਕਰਦਾ ਹੈ ਤੇ ਸਾਡੇ ਕੰਪਿਊਟਰ ਦੇ ਵਿੱਚ ਡਾਟਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨੰਬਰ 2 ਫਿਸ਼ਿੰਗ। ਫਿਸ਼ਿੰਗ ਜਿਹੜੀ ਹੈ ਇੱਕ ਹੈਕਿੰਗ ਟੈਕਨੀਕ ਹੈ। ਇਹਦੇ ਵਿੱਚ ਕੀ ਕਰ ਸਕਦੇ ਆ ਕਿ ਜਿਹੜੇ ਸਾਈਬਰ ਅਪਰਾਧੀ ਹੁੰਦੇ ਨੇ ਉਹ ਸਾਡੇ ਸਿਸਟਮ ਦੇ ਵਿੱਚ ਐਂਟਰ ਕਰਕੇ ਸਾਡੇ ਡਾਟਾ ਦੀ ਚੋਰੀ ਕਰ ਸਕਦੇ ਨੇ ਤੇ ਸਾਡੇ ਡਾਟਾ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਨੇ ਤੇ ਮੋਸਟਲੀ ਇਹ ਸਾਡੇ ਫਾਈਨੈਂਸ਼ੀਅਲ ਡਾਟਾ ਨੂੰ ਚੋਰੀ ਕਰਦੇ ਨੇ। ਨੰਬਰ 3 ਰੂਟਕਿਟ। ਰੂਟਕਿਟ ਇੱਕ ਖਤਰਨਾਕ ਕੰਪਿਊਟਰ ਸੌਫਟਵੇਅਰ ਹੁੰਦਾ ਹੈ ਜਾਂ ਵਾਇਰਸ ਹੁੰਦਾ ਹੈ। ਇਹ ਕੰਪਿਊਟਰ ਦੇ ਅੰਦਰ ਛੁਪਿਆ ਰਹਿੰਦਾ ਹੈ। ਇਸ ਦੇ ਬਾਰੇ ਪਤਾ ਲਗਾਉਣਾ ਬੜਾ ਹੀ ਮੁਸ਼ਕਲ ਹੁੰਦਾ ਹੈ। ਇਹ ਕੀ ਕਰਦਾ ਹੈ ਕਿ ਕੰਪਿਊਟਰ ਸਿਸਟਮ ਦੇ ਅੰਦਰ ਜਾ ਕੇ ਜਿਹੜਾ ਸਾਡਾ ਰੂਟ ਫੋਲਡਰ ਹੁੰਦਾ ਹੈ ਜਾਂ ਐਡਮਿਨਿਸਟ੍ਰੇਟਿਵ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਅਸੈਸ ਕਰਦਾ ਹੈ ਤੇ ਸਾਡੇ ਡਾਟਾ ਨੂੰ ਖਰਾਬ ਕਰ ਸਕਦਾ ਹੈ। ਨੰਬਰ 4 ਹੈ ਕੀ ਲੋਗਰ। ਇਸ ਨੂੰ ਕੀ ਸਟ੍ਰੋਕ ਲੋਗਰ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਕੀ ਹੈ ਕਿ ਆਪਾਂ ਕਈ ਵਾਰੀ ਕੀਬੋਰਡ ਦੇ ਉੱਤੇ ਜੋ ਵੀ ਟਾਈਪਿੰਗ ਕਰਦੇ ਹਾਂ ਇਹ ਪ੍ਰੋਗਰਾਮ ਨੋਟ ਕਰ ਲੈਂਦਾ ਹੈ ਕਿਹੜੇ ਬਟਨ ਦਬਾਏ ਨੇ। ਜਿਵੇਂ ਕਿ ਅਸੀਂ ਮੰਨ ਲਓ ਪਾਸਵਰਡ ਐਂਟਰ ਕੀਤਾ ਹੈ ਤੇ ਕੀ ਲੋਗਰ ਪਾਸਵਰਡ ਨੂੰ ਨੋਟ ਕਰ ਲੈਂਦਾ ਹੈ ਤੇ ਜਿਹੜਾ ਹੈਕਰ ਹੁੰਦਾ ਹੈ ਉਹ ਕੀ ਕਰਦਾ ਹੈ ਸਾਡੇ ਉਹਨਾਂ ਕੀਜ਼ ਨੂੰ ਨੋਟ ਕਰਕੇ ਸਾਡੇ ਸਿਸਟਮ ਦੇ ਡਾਟਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਸਾਡੀ ਜਿਹੜੀ ਜਾਣਕਾਰੀ ਹੈ ਉਹਨੂੰ ਹੈਕ ਕਰ ਸਕਦਾ ਹੈ। ਨੰਬਰ 5 ਫਾਇਰਵਾਲ ਕੀ ਹੈ। ਫਾਇਰਵਾਲ ਇੰਟਰਨੈਟ ਅਤੇ ਸਾਡੇ ਲੋਕਲ ਏਰੀਆ ਨੈਟਵਰਕ ਦੇ ਵਿਚਕਾਰ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਹੈ। ਫਾਇਰਵਾਲ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜੋ ਸਾਡੇ ਕੰਪਿਊਟਰ ਨੂੰ ਵਾਇਰਸ ਜਾਂ ਹੋਰ ਕਿਸੇ ਵੀ ਕਿਸਮ ਦੇ ਸਾਈਬਰ ਹਮਲੇ ਤੋਂ ਸੁਰੱਖਿਅਤ ਕਰਦੀ ਹੈ। ਇੱਕ ਮਜ਼ਬੂਤ ਦੀਵਾਰ ਬਣ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਮਾਲਵੇਅਰ ਤੋਂ ਬਚਾਉਂਦੀ ਹੈ। ਜਿਹੜੀ ਫਾਇਰਵਾਲ ਹੈ ਚਾਹੇ ਵਿੰਡੋ 8 ਹੈ ਵਿੰਡੋ 10 ਹੈ ਉਹ ਜੋ ਇਨਬਿਲਟ ਹੁੰਦੀ ਹੈ ਇਹਨੂੰ ਇਨੇਬਲ ਕਰਕੇ ਰੱਖਣਾ ਚਾਹੀਦਾ ਹੈ। ਜਦੋਂ ਇਹ ਇਨੇਬਲ ਹੋਵੇਗੀ ਤੇ ਸਾਡੇ ਸਿਸਟਮ 'ਚ ਕੋਈ ਵਾਇਰਸ ਜਾਂ ਮਾਲਵੇਅਰ ਐਂਟਰ ਨਹੀਂ ਕਰ ਸਕਦਾ। ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੇ ਵੱਖ-ਵੱਖ ਫੰਕਸ਼ਨਾਂ ਦਾ ਵਰਣਨ ਕਰੋ। ਆਪਰੇਟਿੰਗ ਸਿਸਟਮ ਦੇ ਵੱਖ-ਵੱਖ ਫੰਕਸ਼ਨ ਹੇਠ ਲਿਖੇ ਅਨੁਸਾਰ ਹਨ। ਨੰਬਰ 1 ਪ੍ਰੋਸੈਸਰ ਮੈਨੇਜਮੈਂਟ। ਇਸ ਦਾ ਅਰਥ ਹੈ ਕਿ ਕੰਪਿਊਟਰ ਵਿੱਚ ਚੱਲ ਰਹੇ ਪ੍ਰੋਗਰਾਮਸ ਨੂੰ CPU ਅਲੋਟ ਕਰਨਾ ਅਤੇ ਕੰਮ ਖਤਮ ਹੋਣ ਤੋਂ ਬਾਅਦ CPU ਡੀਐਲੋਕੇਟ ਕਰਨਾ। ਮੀਨਸ ਕਿ ਮੰਨ ਲਓ ਆਪਾਂ ਕੰਪਿਊਟਰ ਤੇ ਕੰਮ ਕਰ ਰਹੇ ਹਾਂ, ਕੋਈ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਉਹਨੂੰ CPU ਦਿੱਤਾ ਗਿਆ ਹੈ ਤੇ ਆਪਰੇਟਿੰਗ ਸਿਸਟਮ ਕੀ ਕਰਦਾ ਹੈ ਕਿ ਜਦੋਂ ਉਸ ਪ੍ਰੋਸੈਸ ਤੋਂ ਕੰਮ ਖਤਮ ਹੋਵੇਗਾ ਤੇ ਆਟੋਮੈਟਿਕਲੀ CPU ਉਹਦੇ ਕੋਲ ਵਾਪਸ ਲੈ ਲਿਆ ਜਾਵੇਗਾ ਤੇ ਕਿਸੇ ਨਵੇਂ ਪ੍ਰੋਗਰਾਮ ਨੂੰ ਐਲੋਕੇਟ ਕਰ ਦਿੱਤਾ ਜਾਵੇਗਾ। ਨੰਬਰ 2 ਮੈਮਰੀ ਮੈਨੇਜਮੈਂਟ। ਇਸ ਦਾ ਅਰਥ ਹੈ ਕਿ ਕੰਪਿਊਟਰ ਵਿੱਚ ਚੱਲ ਰਹੇ ਪ੍ਰੋਗਰਾਮਸ ਨੂੰ ਮੈਮਰੀ ਵਿੱਚ ਸਪੇਸ ਦੇਣਾ। ਕੰਪਿਊਟਰ 'ਚ ਕਾਫੀ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ ਤੇ ਆਪਰੇਟਿੰਗ ਸਿਸਟਮ ਦਾ ਇਹ ਵੀ ਫੰਕਸ਼ਨ ਹੈਗਾ ਕਿ ਕਿਹੜੇ ਪ੍ਰੋਗਰਾਮ ਨੂੰ ਕੰਪਿਊਟਰ 'ਚ ਮੈਮਰੀ ਦੇਣੀ ਹੈ ਤੇ ਜਦੋਂ ਉਸਦਾ ਕੰਮ ਖਤਮ ਹੋ ਜਾਏ ਉਸ ਕੋਲੋਂ ਮੈਮਰੀ ਵਾਪਸ ਲੈ ਲੈਣੀ ਹੈ। ਨੰਬਰ 3 ਇਨਪੁਟ ਆਊਟਪੁੱਟ ਮੈਨੇਜਮੈਂਟ। ਇਸ ਦਾ ਅਰਥ ਹੈ ਕਿ ਕੰਪਿਊਟਰ ਵਿੱਚ ਚੱਲ ਰਹੇ ਪ੍ਰੋਗਰਾਮਸ ਨੂੰ ਇਨਪੁਟ ਆਊਟਪੁੱਟ ਜੰਤਰ ਅਲੋਟ ਕਰਨਾ। ਅਲੱਗ-ਅਲੱਗ ਇਨਪੁਟ ਜੰਤਰ ਜਿਵੇਂ ਕਿ ਕੀਬੋਰਡ, ਮਾਊਸ, ਸਕੈਨਰ, ਆਊਟਪੁੱਟ ਜੰਤਰ, ਮੋਨੀਟਰ, ਪ੍ਰਿੰਟਰ, ਪਲੋਟਰ। ਇਹ ਆਪਰੇਟਿੰਗ ਸਿਸਟਮ ਦਾ ਇਹ ਵੀ ਕੰਮ ਹੁੰਦਾ ਹੈ ਕਿ ਕਿਹੜੇ ਪ੍ਰੋਗਰਾਮ ਨੂੰ ਕਿਸ ਸਮੇਂ ਕਿਹੜਾ ਇਨਪੁਟ ਜੰਤਰ ਦੇਣਾ ਹੈ ਤੇ ਕਿਹੜਾ ਆਊਟਪੁੱਟ ਜੰਤਰ ਦੇਣਾ ਹੈ ਤੇ ਕੰਮ ਹੋਣ ਤੋਂ ਬਾਅਦ ਵਾਪਸ ਲੈ ਲੈਣਾ ਹੈ।
ਨੰਬਰ 4 ਫਾਈਲ ਮੈਨੇਜਮੈਂਟ। ਇਸ ਦਾ ਅਰਥ ਹੈ ਕਿ ਕੰਪਿਊਟਰ 'ਚ ਫਾਈਲਾਂ ਦਾ ਪ੍ਰਬੰਧ ਕਰਨਾ, ਕਿ ਫਾਈਲ ਨੂੰ ਬਣਾਉਣਾ, ਫਾਈਲ ਨੂੰ ਸੇਵ ਕਰਨਾ, ਫਾਈਲ ਨੂੰ ਪ੍ਰਿੰਟ ਕਰਨਾ, ਫਾਈਲ ਨੂੰ ਕੱਟ ਕਰਨਾ, ਫਾਈਲ ਨੂੰ ਕਾਪੀ ਕਰਨਾ, ਇਹ ਸਾਰੇ ਕੰਮ ਜਿਹੜੇ ਹੈ ਆ ਫਾਈਲ ਮੈਨੇਜਮੈਂਟ ਦੇ ਅੰਦਰ ਆਉਂਦੇ ਨੇ। ਤੇ ਨੰਬਰ 5 ਹੈ ਸੁਰੱਖਿਆ। ਇਸ ਦਾ ਅਰਥ ਹੈ ਕਿ ਆਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ। ਕਿ ਇਹ ਕੀ ਕਰਦਾ ਹੈ ਕਿ ਜਿਹੜਾ ਆਪਰੇਟਿੰਗ ਸਿਸਟਮ ਹੈ ਇਹ ਸਾਡੇ ਪ੍ਰੋਗਰਾਮਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਮੀਨਸ ਕਿ ਸਾਡੇ ਸਿਸਟਮ ਦੇ ਵਿੱਚ ਸਿਕਿਉਰਿਟੀ ਲਗਾਉਣਾ, ਜਿਵੇਂ ਕਿ ਆਪਾਂ ਮੋਬਾਈਲ ਤੇ ਪਿਨ ਲਗਾਉਂਦੇ ਹਾਂ, ਪੈਟਰਨ ਲਗਾਉਂਦੇ ਹਾਂ, ਉਸੇ ਤਰ੍ਹਾਂ ਆਪਾਂ ਕੰਪਿਊਟਰ ਦੇ ਅੰਦਰ ਕੀ ਕਰ ਸਕਦੇ ਹਾਂ, ਪਾਸਵਰਡ ਲਗਾ ਸਕਦੇ ਹਾਂ। ਤੇ ਪਾਸਵਰਡ ਜਿਹੜਾ ਹੈ ਸੁਰੱਖਿਆ ਦੀ ਇੱਕ ਉਦਾਹਰਨ ਹੈ। ਦੂਜਾ ਪ੍ਰਸ਼ਨ ਹੈ ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ ਆਪਰੇਟਿੰਗ ਸਿਸਟਮਾਂ ਵਿਚਕਾਰ ਅੰਤਰ ਲਿਖੋ। ਖੱਬੇ ਹੱਥ ਮੈਂ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਲਿਆ ਹੈ ਤੇ ਸੱਜੇ ਹੱਥ ਮਲਟੀ ਯੂਜ਼ਰ। ਤੇ ਪਹਿਲਾ ਪੁਆਇੰਟ ਹੈ ਇਸ ਸਿਸਟਮ ਵਿੱਚ ਇੱਕ ਸਮੇਂ ਤੇ ਸਿਰਫ ਇੱਕ ਯੂਜ਼ਰ ਕੰਪਿਊਟਰ ਨੂੰ ਐਕਸੈਸ ਕਰ ਸਕਦਾ ਹੈ। ਮੀਨਸ ਕਿ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੇ ਅੰਦਰ ਇੱਕ ਸਮੇਂ ਤੇ ਇੱਕ ਯੂਜ਼ਰ ਹੀ ਸਿਸਟਮ ਨੂੰ ਐਕਸੈਸ ਕਰ ਸਕਦਾ ਹੈ। ਤੇ ਮਲਟੀ ਯੂਜ਼ਰ 'ਚ ਇਸ ਸਿਸਟਮ ਵਿੱਚ ਇੱਕ ਸਮੇਂ ਤੇ ਇੱਕ ਤੋਂ ਵੱਧ ਯੂਜ਼ਰ ਕੰਪਿਊਟਰ ਨੂੰ ਐਕਸੈਸ ਕਰ ਸਕਦੇ ਨੇ। ਨੰਬਰ 2 ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਵਿੱਚ ਕੰਪਿਊਟਰ ਸਿਸਟਮ ਦੇ ਸਾਰੇ ਸਰੋਤ ਸਿੰਗਲ ਯੂਜ਼ਰ ਨੂੰ ਦੇ ਦਿੱਤੇ ਜਾਂਦੇ ਹਨ। ਕਿ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੇ ਅੰਦਰ ਜਿੰਨੇ ਵੀ ਰਿਸੋਰਸਿਸ ਹੈ, ਚਾਹੇ CPU ਹੈ, ਇਨਪੁਟ ਹੈ, ਆਊਟਪੁੱਟ ਹੈ, ਸਟੋਰੇਜ ਹੈ, ਮੈਮਰੀ ਹੈ, ਉਹ ਇੱਕ ਹੀ ਪ੍ਰੋਗਰਾਮ ਨੂੰ ਦਿੱਤੀ ਜਾਂਦੀ ਹੈ। ਤੇ ਜਦੋਂ ਤੱਕ ਕੰਮ ਖਤਮ ਨਹੀਂ ਕਰਦਾ ਅਗਲੇ ਯੂਜ਼ਰ ਨੂੰ ਪ੍ਰੋਗਰਾਮ ਨਹੀਂ ਦਿੱਤੇ ਜਾ ਸਕਦੇ, ਰਿਸੋਰਸਿਸ ਨਹੀਂ ਦਿੱਤੇ ਜਾ ਸਕਦੇ। ਜਦਕਿ ਮਲਟੀ ਯੂਜ਼ਰ 'ਚ ਇਸ ਸਿਸਟਮ ਵਿੱਚ ਕੰਪਿਊਟਰ ਸਿਸਟਮ ਦੇ ਸਾਰੇ ਸਰੋਤ ਵੱਖ-ਵੱਖ ਯੂਜ਼ਰ ਵਿਚਕਾਰ ਵੰਡ ਦਿੱਤੇ ਜਾਂਦੇ ਹਨ, ਜਿਹਦੇ ਨਾਲ ਸਪੀਡ ਵੱਧਦੀ ਹੈ ਤੇ ਪਰਫਾਰਮੈਂਸ ਇੰਕਰੀਜ਼ ਹੁੰਦੀ ਹੈ। ਨੰਬਰ 3 ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੀ ਪ੍ਰੋਸੈਸਿੰਗ ਤੇਜ਼ ਹੁੰਦੀ ਹੈ ਕਿਉਂਕਿ ਇਹ 'ਚ ਇੱਕ ਪ੍ਰੋਗਰਾਮ ਕੰਮ ਕਰ ਰਿਹਾ ਹੁੰਦਾ ਹੈ, ਇਸ ਕਰਕੇ ਇਹਦੀ ਜਿਹੜੀ ਸਪੀਡ ਹੈ ਉਹ ਤੇਜ਼ ਹੁੰਦੀ ਹੈ। ਤੇ ਸੱਜੇ ਪਾਸੇ ਇਸ ਸਿਸਟਮ ਦੀ ਪ੍ਰੋਸੈਸਿੰਗ ਹੌਲੀ ਹੁੰਦੀ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਕੀ ਹੈ ਕਿ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਹੈ ਉਹ ਚੱਲ ਰਹੇ ਹੁੰਦੇ ਨੇ। ਨੰਬਰ 4 ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਸਧਾਰਨ ਹੁੰਦੇ ਨੇ, ਮਤਲਬ ਸਿੰਪਲ ਹੁੰਦੇ ਨੇ, ਇਹਨਾਂ ਨੂੰ ਬਣਾਉਣਾ ਆਸਾਨ ਹੈ। ਜਦਕਿ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਜਿਹੜੇ ਨੇ ਇਹ ਕੰਪਲੈਕਸ ਹੁੰਦੇ ਨੇ, ਗੁੰਝਲਦਾਰ ਹੁੰਦੇ ਨੇ। ਨੰਬਰ 5 ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੋ ਕਿਸਮ ਦੇ ਹੁੰਦੇ ਹਨ। ਨੰਬਰ 1 ਸਿੰਗਲ ਯੂਜ਼ਰ ਸਿੰਗਲ ਟਾਸਕ। ਨੰਬਰ 2 ਸਿੰਗਲ ਯੂਜ਼ਰ ਮਲਟੀ ਟਾਸਕ। ਸਿੰਗਲ ਯੂਜ਼ਰ ਸਿੰਗਲ ਟਾਸਕ ਦਾ ਮਤਲਬ ਕਿ ਇਹ 'ਚ ਸਿੰਗਲ ਯੂਜ਼ਰ ਹੁੰਦਾ ਹੈ ਜਿਹੜਾ ਸਿਰਫ ਇੱਕ ਕੰਮ ਕਰ ਸਕਦਾ ਹੈ। ਸਿੰਗਲ ਯੂਜ਼ਰ ਮਲਟੀ ਟਾਸਕ ਦਾ ਮਤਲਬ ਇੱਕ ਯੂਜ਼ਰ ਵੱਖ-ਵੱਖ ਕੰਮ ਕਰ ਸਕਦਾ ਹੈ। ਤੇ ਇਧਰ ਪੰਜਵਾਂ ਪੁਆਇੰਟ ਹੈ ਮਲਟੀ ਯੂਜ਼ਰ ਦੇ ਅੰਦਰ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਦੋ ਕਿਸਮ ਦੇ ਹੁੰਦੇ ਹਨ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਤੇ ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ। 6 ਪੁਆਇੰਟ ਹੈ ਉਦਾਹਰਨ। ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਦੀ ਉਦਾਹਰਨ ਹੈ MS DOS, Windows 95, Windows NT ਤੇ Windows 2000। ਤੇ ਸੱਜੇ ਪਾਸੇ ਐਗਜ਼ਾਮਪਲ ਹੈ ਮਲਟੀ ਯੂਜ਼ਰ ਦੀ ਯੂਨਿਕਸ ਅਤੇ ਲਾਈਨਕਸ। ਕੁਐਸਚਨ ਨੰਬਰ 3 ਹੈ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਕੀ ਹੁੰਦਾ ਹੈ, ਇਸ ਦੇ ਫਾਇਦੇ ਅਤੇ ਨੁਕਸਾਨ ਲਿਖੋ। ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਵੱਡੀ ਗਿਣਤੀ ਵਿੱਚ ਯੂਜ਼ਰਸ ਨੂੰ ਇੱਕੋ ਸਮੇਂ ਕੰਪਿਊਟਰ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਹਰ ਯੂਜ਼ਰ ਨੂੰ ਵੱਖਰਾ ਟਰਮੀਨਲ ਪ੍ਰਦਾਨ ਕੀਤਾ ਜਾਂਦਾ ਹੈ। ਟਰਮੀਨਲ ਇੱਕ ਅਜਿਹਾ ਕੰਪਿਊਟਰ ਹੁੰਦਾ ਹੈ ਜਿਸ ਵਿੱਚ ਇਨਪੁਟ ਆਊਟਪੁੱਟ ਯੰਤਰ ਤਾਂ ਹੁੰਦੇ ਹਨ ਪਰ ਆਪਣਾ CPU ਨਹੀਂ ਹੁੰਦਾ। ਮੇਰਾ ਮਤਲਬ ਕਿ ਟਰਮੀਨਲ ਅਜਿਹੇ ਕੰਪਿਊਟਰ ਹੁੰਦੇ ਆ ਜਿਸ 'ਚ ਮੋਨੀਟਰ, ਕੀਬੋਰਡ ਤੇ ਮਾਊਸ ਲੱਗਿਆ ਹੁੰਦਾ ਬਟ ਉਹਦੇ ਨਾਲ CPU ਨਹੀਂ ਲੱਗਿਆ ਹੁੰਦਾ ਤੇ ਉਹ ਕਿਸੇ ਅਲੱਗ CPU ਨੂੰ ਯੂਜ਼ ਕਰਦੇ ਨੇ ਜਾਂ ਇੱਕ ਮੇਨ CPU ਹੁੰਦਾ ਜਿਸ ਦੀ ਪਾਵਰ ਨੂੰ ਯੂਜ਼ ਕਰਦੇ ਨੇ। ਤੇ ਇਹਦੇ ਵਿੱਚ ਕੀ ਹੈ ਕਿ ਵੱਖ-ਵੱਖ ਟਰਮੀਨਲ ਤੇ ਬੈਠੇ ਲੋਕ ਜਿਹੜੇ ਨੇ ਉਹ ਇੱਕੋ ਸਮੇਂ ਵਿੱਚ ਕੰਪਿਊਟਰ ਸਿਸਟਮ ਨੂੰ ਵਰਤ ਸਕਦੇ ਨੇ ਤੇ ਇਹਦੇ ਅੰਦਰ ਹਰ ਯੂਜ਼ਰ ਨੂੰ ਇੱਕ ਟਾਈਮ ਮਿਲਦਾ ਹੈ CPU ਨੂੰ ਯੂਜ਼ ਕਰਨ ਲਈ। ਉਸਨੂੰ ਬੋਲਦੇ ਆ ਟਾਈਮ ਕੁਆਂਟਮ ਜਾਂ ਟਾਈਮ ਸਲਾਈਸ। ਜੇਕਰ ਉਹ ਆਪਣਾ ਕੰਮ ਉਨੇ ਟਾਈਮ ਕੁਆਂਟਮ 'ਚ ਪੂਰਾ ਕਰ ਲੈਂਦੇ ਨੇ ਤੇ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਨੈਕਸਟ ਟਾਈਮ ਕੁਆਂਟਮ ਦੀ ਵੇਟ ਕਰਨੀ ਪੈਂਦੀ ਹੈ। ਅੱਗੇ ਹੈ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੇ ਲਾਭ ਜਾਂ ਫਾਇਦੇ। ਨੰਬਰ 1 CPU ਦਾ ਵਿਹਲੇ ਰਹਿਣ ਦਾ ਸਮਾਂ ਘਟਾਉਂਦਾ ਹੈ, ਮਤਲਬ ਕਿ CPU ਬੜਾ ਘੱਟ ਫ੍ਰੀ ਰਹਿੰਦਾ ਹੈ ਕਿਉਂਕਿ ਹਰ ਯੂਜ਼ਰ ਤੱਕ ਇਹਦੀ ਪਹੁੰਚ ਹੁੰਦੀ ਹੈ, ਜਿਹਦੇ ਕਰਕੇ ਸਾਰੇ CPU ਨੂੰ ਇੱਕੋ ਟਾਈਮ ਤੇ ਯੂਜ਼ ਕਰ ਸਕਦੇ ਨੇ ਵੱਖ-ਵੱਖ ਟਾਈਮ ਸਲੋਟ ਦੇ ਅੰਦਰ। ਨੰਬਰ 2 ਰਿਸਪੌਂਸ ਟਾਈਮ ਬਹੁਤ ਘੱਟ ਹੁੰਦਾ ਹੈ, ਮੀਨਸ ਕਿ ਕੰਪਿਊਟਰ ਨੂੰ ਤੁਸੀਂ ਇਨਪੁਟ ਦਿੱਤੀ ਤੇ ਰਿਜ਼ਲਟ ਆਉਣ 'ਚ ਬੜਾ ਘੱਟ ਸਮਾਂ ਲੱਗਦਾ ਹੈ। ਤੇ ਨੰਬਰ 3 ਟਰਨ ਅਰਾਊਂਡ ਟਾਈਮ ਬਹੁਤ ਘੱਟ ਹੁੰਦਾ ਹੈ, ਮੀਨਸ ਕਿ ਇਹ 'ਚ ਵੇਟਿੰਗ ਟਾਈਮ ਘੱਟ ਹੁੰਦਾ ਹੈ। ਅੱਗੇ ਹੈ ਕਾਗਜ਼ ਦੀ ਵਰਤੋਂ ਨੂੰ ਘਟਾਉਂਦਾ ਹੈ। ਜਿਹੜਾ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਹੈ ਇਹਦੇ 'ਚ ਪੇਪਰ ਦੀ ਵਰਤੋਂ ਘੱਟ ਹੁੰਦੀ ਹੈ, ਮੈਕਸਿਮਮ ਕੰਮ ਜਿਹੜਾ ਆਨਲਾਈਨ ਹੋ ਜਾਂਦਾ ਹੈ, ਮਤਲਬ ਕਿ ਯੂਜ਼ਰ ਆਪਣੇ ਕੰਪਿਊਟਰ ਤੇ ਕਰ ਲੈਂਦਾ ਹੈ ਜਿਹਦੇ ਕਰਕੇ ਪ੍ਰਿੰਟਰ ਦੀ ਜ਼ਰੂਰਤ ਨਹੀਂ ਪੈਂਦੀ।
ਨੈਕਸਟ ਹੈ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੇ ਨੁਕਸਾਨ। ਨੰਬਰ 1, ਸਾਰੇ ਯੂਜ਼ਰ ਪ੍ਰੋਗਰਾਮਾਂ ਲਈ ਵੱਡੀ ਮੁੱਖ ਮੈਮਰੀ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਦੋਂ ਵੱਖ-ਵੱਖ ਟਰਮੀਨਲਸ ਨੇ ਸਿਸਟਮ ਨੂੰ ਯੂਜ਼ ਕਰਨਾ ਹੈ ਤੇ ਬਹੁਤ ਜ਼ਿਆਦਾ ਮੇਨ ਮੈਮਰੀ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਇੱਕ ਇਹਦੀ ਲਿਮਿਟੇਸ਼ਨ ਹੈ। ਨੰਬਰ 2, CPU ਸ਼ੈਡਿਊਲਿੰਗ ਤਕਨੀਕਾਂ ਦੀ ਜ਼ਰੂਰਤ ਪੈਂਦੀ ਹੈ, ਮੀਨਸ ਕਿ ਕਿਹੜੇ ਯੂਜ਼ਰ ਨੂੰ ਕਿੰਨੇ ਸਮੇਂ ਲਈ CPU ਦੇਣਾ ਹੈ, ਉਸ ਲਈ ਉਹਦਾ ਇੱਕ ਟਾਈਮਿੰਗ ਸੈੱਟ ਕਰਨੀ ਪੈਂਦੀ ਹੈ, ਸ਼ੈਡਿਊਲਿੰਗ ਸੈੱਟ ਕਰਨੀ ਪੈਂਦੀ ਹੈ। ਉਹਦੇ ਲਈ ਜਿਹੜੀ ਸ਼ੈਡਿਊਲਿੰਗ ਟੈਕਨੀਕ ਹੈ ਉਹ ਬਹੁਤ ਜ਼ਰੂਰੀ ਹੈ। ਨੰਬਰ 3, ਮੈਮਰੀ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਪ੍ਰੋਗਰਾਮ ਜਿਹੜੇ ਹੈ ਉਹ ਮੈਮਰੀ ਵਿੱਚ ਐਂਟਰ ਕਰਨੇ ਨੇ, ਕਿਸ ਸਮੇਂ ਕਿਹੜੇ ਪ੍ਰੋਗਰਾਮ ਨੇ ਆਉਣਾ, ਕਿਸ ਸਮੇਂ ਕਿਹੜੇ ਪ੍ਰੋਗਰਾਮ ਨੂੰ ਬਾਹਰ ਕੱਢਣਾ, ਉਹਦੇ ਲਈ ਮੈਮਰੀ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ। ਨੰਬਰ 4, ਯੂਜ਼ਰ ਪ੍ਰੋਗਰਾਮਾਂ ਅਤੇ ਡਾਟਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਹ ਜਿੰਨੇ ਵੀ ਪ੍ਰੋਗਰਾਮ ਚੱਲ ਰਹੇ ਨੇ ਜਾਂ ਡਾਟਾ ਹੈ ਉਹਦੀ ਸਿਕਿਉਰਿਟੀ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਚੌਥਾ ਪ੍ਰਸ਼ਨ ਹੈ, ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਕੀ ਹੁੰਦੇ ਹਨ, ਬਿਆਨ ਕਰੋ। ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਗਿਆ ਹੁੰਦਾ ਹੈ। ਇਸ ਵਿੱਚ ਦੋ ਜਾਂ ਦੋ ਤੋਂ ਵੱਧ CPU ਲੱਗੇ ਹੁੰਦੇ ਹਨ। ਇਸ ਆਪਰੇਟਿੰਗ ਸਿਸਟਮ ਵਿੱਚ ਕਈ ਪ੍ਰੋਗਰਾਮਸ ਨੂੰ ਇੱਕੋ ਸਮੇਂ ਤੇ ਚਲਾਇਆ ਜਾ ਸਕਦਾ ਹੈ। ਇਹ ਦੇਖੋ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਦੋ CPU ਹੈ, IO ਪ੍ਰੋਸੈਸਰ ਲੱਗਾ ਹੈ, ਇਨਪੁਟ ਆਊਟਪੁੱਟ ਉਪਕਰਨ ਲੱਗੇ ਨੇ, ਮੀਨਸ ਕਿ ਦੋਨੋਂ CPU ਜਿਹੜੇ ਨੇ ਉਹ ਮੁੱਖ ਮੈਮਰੀ ਨੂੰ ਵਰਤ ਰਹੇ ਨੇ ਤੇ ਇਹਨਾਂ ਦੀ ਅਲੱਗ-ਅਲੱਗ ਮੈਮਰੀ ਵੀ ਹੋ ਸਕਦੀ ਹੈ। ਮਲਟੀ ਪ੍ਰੋਸੈਸਿੰਗ ਸਿਸਟਮ ਦੋ ਕਿਸਮ ਦੇ ਹੁੰਦੇ ਹਨ। ਨੰਬਰ 1, ਟਾਈਟਲੀ ਕਪਲਡ ਸਿਸਟਮ। ਟਾਈਟਲੀ ਕਪਲਡ ਸਿਸਟਮਾਂ ਵਿੱਚ ਇੱਕੋ ਪ੍ਰਾਇਮਰੀ ਮੈਮਰੀ ਹੁੰਦੀ ਹੈ ਜੋ ਸਾਰੇ ਪ੍ਰੋਸੈਸਰਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ। ਇਸ ਨੂੰ ਪੈਰਲਲ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਵਜੋਂ ਵੀ ਜਾਣਿਆ ਜਾਂਦਾ ਹੈ। ਨੰਬਰ 2, ਲੂਜ਼ਲੀ ਕਪਲਡ ਸਿਸਟਮ। ਲੂਜ਼ਲੀ ਕਪਲਡ ਸਿਸਟਮਾਂ ਵਿੱਚ ਹਰ ਇੱਕ ਪ੍ਰੋਸੈਸਰ ਦੀ ਆਪਣੀ ਲੋਕਲ ਮੈਮਰੀ ਹੁੰਦੀ ਹੈ। ਇਸ ਨੂੰ ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ ਵਜੋਂ ਜਾਣਿਆ ਜਾਂਦਾ ਹੈ। ਅੱਗੇ ਹੈ ਮਲਟੀ ਪ੍ਰੋਸੈਸਿੰਗ ਸਿਸਟਮ ਦੇ ਲਾਭ। ਨੰਬਰ 1, ਇਹ ਸਿਸਟਮ ਜ਼ਿਆਦਾ ਭਰੋਸੇਯੋਗ ਹੁੰਦੇ ਹਨ। ਕਿਉਂਕਿ ਮੰਨ ਲਓ ਸਾਡੇ ਸਿਸਟਮ 'ਚ ਇੱਕ CPU ਹੈ, ਜੇ ਉਹ CPU ਖਰਾਬ ਹੋ ਜਾਂਦਾ ਹੈ, ਪ੍ਰੋਸੈਸਰ ਖਰਾਬ ਹੋ ਜਾਂਦਾ ਹੈ, ਪੂਰਾ ਸਿਸਟਮ ਕੰਮ ਕਰਨਾ ਬੰਦ ਕਰ ਦੇਵੇਗਾ। ਬਟ ਇਹਦੇ 'ਚ ਇੱਕ ਤੋਂ ਜ਼ਿਆਦਾ CPU ਲੱਗਿਆ ਹੁੰਦਾ ਹੈ, ਜੇ ਕੋਈ ਇੱਕ CPU ਖਰਾਬ ਹੋ ਜਾਂਦਾ ਹੈ ਤਾਂ ਉਸਦਾ ਕੰਟਰੋਲ ਜਿਹੜਾ ਹੈ ਉਹ ਦੂਜੇ CPU ਕੋਲ ਆ ਜਾਵੇਗਾ, ਜਿਸ ਕਰਕੇ ਇਹਨੂੰ ਕਿਹਾ ਜਾ ਸਕਦਾ ਹੈ ਇੱਕ ਭਰੋਸੇਯੋਗ ਸਿਸਟਮ ਹੈ। ਨੰਬਰ 2, ਕੰਪਿਊਟਰ ਸਿਸਟਮ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਕਿ ਜਦੋਂ ਸਿਸਟਮ ਦੇ ਅੰਦਰ ਇੱਕ ਤੋਂ ਵੱਧ CPU ਲੱਗਿਆ ਹੋਏਗਾ ਤੇ ਸਿਸਟਮ ਦੀ ਪਰਫਾਰਮੈਂਸ ਜਿਹੜੀ ਹੈ ਉਹ ਇਨਕਰੀਜ਼ ਹੋਵੇਗੀ। ਅੱਗੇ ਹੈ ਮਲਟੀ ਪ੍ਰੋਸੈਸਿੰਗ ਸਿਸਟਮ ਦੇ ਨੁਕਸਾਨ। ਇਹ ਪਹਿਲਾ ਹੈ, ਇਸ ਵਿੱਚ ਜ਼ਿਆਦਾ ਮੈਮਰੀ ਦੀ ਲੋੜ ਪੈਂਦੀ ਹੈ। ਤੇ ਨੰਬਰ 2, ਇਹ ਸਿਸਟਮ ਮਹਿੰਗੇ ਹੁੰਦੇ ਨੇ ਕਿਉਂਕਿ ਇਹ 'ਚ ਇੱਕ ਤੋਂ ਜ਼ਿਆਦਾ CPU ਲੱਗਿਆ ਹੁੰਦਾ ਤੇ ਇਹ ਸਿਸਟਮ ਮਹਿੰਗੇ ਹੁੰਦੇ ਨੇ। ਤੇ ਅੱਜ ਲਈ ਇੰਨਾ ਹੀ। ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ। ਧੰਨਵਾਦ।